इस वेले तक तो ये महसूस होंदा है कि इनू सिर्फ इनू खिलारन वास्ते, इस मोर्चे नू खिलारन वास्ते ये सारा कुछ होया आ। इस फैसले ने यह साबित कर दिता है कि सरकार नकम्मियां दी ये ਜਿਹੜੀਆਂ ਅੱਗੇ ਕਮੇਟੀਆਂ ਬਣੀਆਂ ਸਰਕਾਰ ਨੇ ਜਿਹੜੇ 3 ਆਪਣੇ ਮੰਤਰੀ ਬਣਾਏ, ਇਹਦਾ ਮਤਲਬ ਇਹਨਾਂ ਦੇ ਵਿੱਚ ਪੱਲੇ ਦਮ ਹੈ ਨਹੀਂ ਇਹਨਾਂ ਕਿਉਂਕਿ ਕੱਖ ਨਹੀਂ ਕਰ ਸਕੇ ਤਾਂ ਸੁਪਰੀਮ ਕੋਰਟ ਨੂੰ ਐਕਸ਼ਨ ਲੈਣਾ ਪਿਆ ਵਾ। ਤੇ ਇਹੋ ਜਿਹੀ ਸਰਕਾਰ ਨੂੰ ਰਹਿਣ ਦਾ ਹੱਕ ਕੀ ਹੈ ਜਦੋਂ ਉਹਦੇ ਫੈਸਲੇ ਦੇ ਉੱਤੇ ਸੁਪਰੀਮ ਕੋਰਟ ਨੇ ਕਿੰਤੂ ਪਰੰਤੂ ਕਰ ਦਿੱਤਾ। ਇਹ ਪੱਲਾ ਝਾੜ ਕੇ ਘਰ ਨੂੰ ਜਾਣ। ਜਿਹੜੇ ਅੰਦੋਲਨਕਾਰੀ ਕਿਸਾਨ ਨੇ ਜਿਹੜੇ ਪੂਰੇ ਭਾਰਤ ਤੋਂ ਆ ਕੇ ਦਿੱਲੀ ਦੇ ਬਾਰਡਰ 'ਤੇ ਬੈਠੇ ਨੇ, ਉਹ ਨਾ ਤੇ ਉਹ ਬਹਿਣ ਜੋਗੇ ਨਾ ਉੱਥੋਂ ਘਰਾਂ ਨੂੰ ਵਾਪਸ ਜਾਣ ਜੋਗੇ। ਇਸ ਕਰਕੇ ਅੰਦੋਲਨ ਦੇ ਉੱਤੇ ਤੇ ਇਹਦਾ ਅਸਰ ਜਿਹੜਾ ਉਹ ਮਾੜਾ ਹੀ ਪਊਗਾ, ਚੰਗਾ ਅਸਰ ਨਹੀਂ ਪਊਗਾ ਇਹਨਾਂ ਫੈਸਲਿਆਂ ਦਾ। ਸੋ ਇਸ ਕਰਕੇ ਆਪਾਂ ਇਹ ਸਮਝਦੇ ਆ ਵੀ ਇਹ ਕਾਨੂੰਨ ਜਿਹੜੇ ਆ ਕਿਸਾਨਾਂ ਦੇ ਹੱਥ ਵਿੱਚ ਨਹੀਂ। ਜਿਹੜੀ ਅੱਜ ਰੋਕ ਲੱਗੀ ਹੈ, ਸੁਪਰੀਮ ਕੋਰਟ ਨੇ ਰੋਕ ਲਈ ਹੈ, ਕਿਸਾਨਾਂ ਦੇ ਹੱਥ ਵਿੱਚ ਨਹੀਂ। ਦੇਖੋ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਜਿਹੜੀ ਥੋੜ੍ਹੀ ਜਿਹੀ ਰਾਹ ਦਿੱਤੀ ਆ, ਬਹੁਤੀ ਨਹੀਂ ਕਹਿ ਸਕਦੇ, ਧੰਨਵਾਦ ਕਰਦੇ ਆ। ਪਰ ਜਿੰਨਾ ਚਿਰ ਸੈਂਟਰ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਉਹਨਾਂ ਚਿਰ ਇਸ ਮਸਲੇ ਦਾ ਕੋਈ ਹੱਲ ਨਹੀਂ। ਉਹ ਸਾਡੇ ਜਿਹੜੇ ਕਿਸਾਨ ਆਗੂ ਆ ਉਹ 8-9 ਮੀਟਿੰਗਾਂ 'ਚ ਇਹਨਾਂ ਨੂੰ ਬਾਰ-ਬਾਰ ਉਹ ਗੱਲ ਕਹਿ ਚੁੱਕੇ ਨੇ। ਉਹ ਤਾਂ ਸਰਕਾਰ ਢੀਠਾਂ ਦੀ ਤਰ੍ਹਾਂ ਉਹ ਇਸ ਮਸਲੇ ਨੂੰ ਲਮਕਾਈ ਜਾ ਰਹੀ ਆ, ਪਰ ਜਿੰਨਾ ਲੰਮਾ ਲਮਕਾਏਗੀ ਅੰਦੋਲਨ ਓਨਾ ਹੀ ਵੱਡਾ ਔਰ ਤੇਜ਼ ਹੋਏਗਾ ਔਰ ਓਨਾ ਹੀ ਸਰਕਾਰ ਦਾ ਜਿਹੜਾ ਜ਼ਿਆਦਾ ਨੁਕਸਾਨ ਹੋਏਗਾ। ਸਰਕਾਰ ਨੂੰ ਕਿਸਾਨਾਂ ਨੇ ਇਹ ਦੱਸ ਦਿੱਤਾ ਕਿ ਸਾਨੂੰ ਤੁਹਾਡੇ ਨਾਲੋਂ ਜ਼ਿਆਦਾ ਸਮਝਿਆ। ਜਿਹੜਾ ਕਿੱਤਾ ਕੋਈ ਕਰਦਾ ਉਹਨੂੰ ਉਹਦੇ ਬਾਰੇ ਵਿੱਚ ਜ਼ਿਆਦਾ ਜਾਣਕਾਰੀ ਹੁੰਦੀ ਹੈ। ਔਰ ਅੱਜ ਦੇ ਜਾਗਰੂਕ ਤੇ ਪੜ੍ਹੇ ਲਿਖੇ ਕਿਸਾਨ ਨੇ ਆਪਣੀ ਇਮਾਨਦਾਰੀ ਦਾ ਸਬੂਤ ਦਿੱਤਾ। ਇਸ ਸੰਘਰਸ਼ ਨੂੰ ਇੱਥੋਂ ਤੱਕ ਸ਼ਾਂਤਮਈ ਤਰੀਕੇ ਦੇ ਨਾਲ ਲੈ ਕੇ ਆਇਆ। ਇਹ ਵੀ ਕਿਸਾਨਾਂ ਦੇ ਪੱਖ ਦੇ ਵਿੱਚ ਮੈਂ ਸਮਝਦਾ ਇੱਕ ਵੱਡੀ ਜਿੱਤ ਆ ਜਿਹੜਾ ਸਰਕਾਰ ਦੇ ਕਾਨੂੰਨਾਂ ਦੇ ਉੱਤੇ ਇਹ ਰੋਕ ਲੱਗੀ। ਸਤਿ ਸ਼੍ਰੀ ਅਕਾਲ, ਪ੍ਰਾਈਮੋ ਦੇ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਜਗਜੀਤ ਸਿੰਘ। ਦਰਸ਼ਕੋ, ਤੁਸੀਂ ਵੇਖ ਰਹੇ ਹੋ ਕਿ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਸੀ। ਅੱਜ ਗੱਲ ਕਰੀਏ ਤੇ 40 ਤੋਂ ਪਲੱਸ ਦਿਨ ਹੋ ਗਏ ਨੇ ਜਿਹੜਾ ਸੰਘਰਸ਼ ਚੱਲਦਿਆਂ ਨੂੰ, ਤੇ ਜਿਹੜੀਆਂ ਲੋਕਾਂ ਦੀਆਂ ਉਮੀਦਾਂ ਸੀਗੀਆਂ ਉਹ ਸੁਪਰੀਮ ਕੋਰਟ ਤੇ ਲਾਈਆਂ ਗਈਆਂ ਸੀਗੀਆਂ ਕਿ ਸੁਪਰੀਮ ਕੋਰਟ ਵੱਲੋਂ ਇੱਕ ਫੈਸਲਾ ਆਏਗਾ, ਉਹਦੇ ਥਰੂ ਹੀ ਜਿਹੜੀ ਕਿਸਾਨਾਂ ਨੂੰ ਰਾਹਤ ਮਿਲੂਗੀ। ਪਰ ਅੱਜ ਜਿਹੜੀ ਗੱਲ ਕਰੀਏ ਤੇ ਅੱਜ ਜਿਹੜੀ ਆ ਸੁਪਰੀਮ ਕੋਰਟ ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ ਜਿਹਦੇ ਵਿੱਚ 3 ਆਰਡੀਨੈਂਸ ਦੇ ਉੱਤੇ ਜਿਹੜੀ ਰੋਕ ਲਾ ਦਿੱਤੀ ਗਈ ਆ। ਰੋਕ ਲਾਉਣ ਦੇ ਬਾਅਦ ਵਿੱਚ ਅਸੀਂ ਅੱਜ ਗੱਲ ਕਰਾਂਗੇ ਕੁਝ ਕਿਸਾਨਾਂ ਨਾਲ ਅਤੇ ਕੁਝ ਆੜਤੀ ਐਸੋਸੀਏਸ਼ਨ ਅਤੇ ਬਾਰ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਨੇ, ਐਡਵੋਕੇਟ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਉਹਨਾਂ ਦਾ ਅੱਜ ਜਿਹੜਾ ਵਾ ਕੋਰਟ ਦੇ ਫੈਸਲੇ ਨੂੰ ਲੈ ਕੇ ਕਿੱਦਾਂ ਦਾ ਫੈਸਲਾ ਸਮਝਦੇ ਨੇ ਤੇ ਉਸ ਚੀਜ਼ ਨੂੰ ਸਮਝਦੇ ਨੇ ਕਿ ਕਿੰਨਾ ਕੁ ਜਿਹੜਾ ਵਾ ਕਿਸਾਨਾਂ ਦੇ ਹੱਕ 'ਚ ਹੋਊਗਾ। ਹਾਂਜੀ ਭਾਜੀ, ਤੁਹਾਡਾ ਸਵਾਗਤ ਹੈ ਜੀ ਪ੍ਰਾਈਮੋ ਦੇ ਵਿੱਚ। ਤੁਸੀਂ ਅੱਜ ਜਿਹੜਾ ਸੁਪਰੀਮ ਕੋਰਟ ਵੱਲੋਂ ਇੱਕ ਜਿਹੜਾ ਅੱਜ ਕਾਨੂੰਨਾਂ ਦੇ ਉੱਤੇ ਰੋਕ ਲਾ ਦਿੱਤੀ ਗਈ ਹੈ, ਉਸ ਫੈਸਲੇ ਨੂੰ ਕਿਸ ਤਰੀਕੇ ਨਾਲ ਸਮਝਦੇ ਹੋ ਜੀ? ਇਸ ਫੈਸਲੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਰਕਾਰ ਨਕੰਮਿਆਂ ਦੀ ਹੈ। ਇਹ ਜਿਹੜੀਆਂ ਅੱਗੇ ਕਮੇਟੀਆਂ ਬਣੀਆਂ ਸਰਕਾਰ ਨੇ ਜਿਹੜੇ 3 ਆਪਣੇ ਮੰਤਰੀ ਬਣਾਏ, ਇਹਦਾ ਮਤਲਬ ਇਹਨਾਂ ਦੇ ਵਿੱਚ ਪੱਲੇ ਦਮ ਹੈ ਨਹੀਂ ਇਹਨਾਂ ਦੇ ਕਿਉਂਕਿ ਕੱਖ ਨਹੀਂ ਕਰ ਸਕੇ ਤਾਂ ਸੁਪਰੀਮ ਕੋਰਟ ਨੂੰ ਐਕਸ਼ਨ ਲੈਣਾ ਪਿਆ ਵਾ। ਤੇ ਇਹੋ ਜਿਹੀ ਸਰਕਾਰ ਨੂੰ ਰਹਿਣ ਦਾ ਹੱਕ ਕੀ ਹੈ ਜਦੋਂ ਉਹਦੇ ਫੈਸਲੇ ਦੇ ਉੱਤੇ ਸੁਪਰੀਮ ਕੋਰਟ ਨੇ ਕਿੰਤੂ ਪਰੰਤੂ ਕਰ ਦਿੱਤਾ। ਇਹ ਪੱਲਾ ਝਾੜ ਕੇ ਘਰ ਨੂੰ ਜਾਣ। ਲੱਖਾਂ ਲੋਕ ਇਹਨਾਂ ਨੇ ਇਸ ਬਾਰਡਰਾਂ ਦੇ ਉੱਤੇ ਬਿਠਾਏ ਆ, ਬੀਬੀਆਂ, ਬੱਚੇ, ਬਜ਼ੁਰਗ ਉੱਥੇ ਠੰਡ ਦੇ ਵਿੱਚ ਜਿਹੜੇ ਆ, ਕਈ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਆ, ਕਈ ਉੱਥੇ ਹੋਰ ਸੰਘਰਸ਼ ਕਰ ਰਹੇ ਨੇ। ਸਰਕਾਰ ਬਣਾਈ ਜਾਂਦੀ ਆ ਦੇਸ਼ ਵਾਸੀਆਂ ਦਾ ਫਾਇਦਾ ਕਰਨ ਵਾਸਤੇ। ਸਰਕਾਰਾਂ ਇਸ ਵਾਸਤੇ ਨਹੀਂ ਬਣਾਈਆਂ ਜਾਂਦੀਆਂ ਵੀ ਆਪਣੇ ਮੁਲਕ ਦੇ ਲੋਕਾਂ ਨੂੰ ਸੂਲੀ ਤੇ ਟੰਗ ਛੱਡਣ। ਔਰ ਅੱਜ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ, ਬੇਸ਼ੱਕ ਇਹ ਕਿਸਾਨਾਂ ਦੇ ਹਿੱਤ ਵਿੱਚ ਫੈਸਲਾ ਨਹੀਂ ਕਿਹਾ ਜਾ ਸਕਦਾ, ਪਰ ਸਰਕਾਰ ਨੂੰ ਜਿਹੜੀ ਇੱਕ ਤਰ੍ਹਾਂ ਦੇ ਨਾਲ ਫਟਕਾਰ ਲੱਗੀ ਆ, ਸਰਕਾਰ ਦੇ ਉੱਤੇ ਜਿਹੜੀ ਉਹਦੇ ਕੰਮ ਕਰਨ ਦੇ ਉੱਤੇ ਇਹ ਰੋਕ ਲਾਈ ਆ ਕਿ ਕਾਨੂੰਨ ਲਾਗੂ ਨਹੀਂ ਹੋਣਗੇ। ਸਰਕਾਰ ਵਾਸਤੇ ਵੱਡੀ ਲਾਹਨਤ ਆ। ਸਰਕਾਰ ਨੂੰ ਇਸ ਚੀਜ਼ ਨੂੰ ਸੀਰੀਅਸਲੀ ਲੈਣਾ ਚਾਹੀਦਾ, ਉਹਨਾਂ ਨੂੰ ਸਮਝਣਾ ਚਾਹੀਦਾ ਕਿ ਜੇ ਲੋਕ ਹੀ ਨਿਰੇ ਪੁਰੇ ਇਹਦੇ ਖਿਲਾਫ ਨਹੀਂ ਗਏ, ਭਾਰਤ ਦੀ ਸਰਵਉੱਚ ਅਦਾਲਤ ਜਿਹੜੀ ਆ ਉਹ ਵੀ ਇਹਦੇ ਖਿਲਾਫ ਹੈ। ਇਹਨਾਂ ਨੂੰ ਇਹ ਆਪਣੇ ਨਾਦਰਸ਼ਾਹੀ ਫਰਮਾਨ ਵਾਪਸ ਲੈਣੇ ਚਾਹੀਦੇ ਨੇ। ਦੇਸ਼ ਦੇ ਅੰਦਰ ਸੁਖਾਵਾਂ ਮਾਹੌਲ ਬਣੇ ਤਾਂ ਕਿ ਸਾਡਾ ਦੇਸ਼ ਜਿਹੜਾ ਉਹ ਤਰੱਕੀ ਕਰ ਸਕੇ। ਦੇਸ਼ ਦੀ ਮੁੱਢਲੀ ਜੜ ਕਿਸਾਨੀ ਜਦੋਂ ਪਰੇਸ਼ਾਨ ਕਰਕੇ ਰੱਖ ਦਿੱਤੀ ਹੈ, ਸਰਕਾਰ ਸੁੱਖ ਦੀ ਚੈਨ ਦੀ ਨੀਂਦ ਕਿੱਦਾਂ ਸੌਂ ਜਾਏਗੀ? ਇਹ ਨਕੰਮੀ ਸਰਕਾਰ, ਨਕੰਮੇ ਮੰਤਰੀ ਜਾ ਕੇ ਆਪਣੇ ਘਰ ਬਹਿਣ। ਸਰਕਾਰ ਨੂੰ ਕਿਸਾਨਾਂ ਨੇ ਇਹ ਦੱਸ ਦਿੱਤਾ ਕਿ ਸਾਨੂੰ ਤੁਹਾਡੇ ਨਾਲੋਂ ਜ਼ਿਆਦਾ ਸਮਝਿਆ। ਜਿਹੜਾ ਕਿੱਤਾ ਕੋਈ ਕਰਦਾ ਉਹਨੂੰ ਉਹਦੇ ਬਾਰੇ ਵਿੱਚ ਜ਼ਿਆਦਾ ਜਾਣਕਾਰੀ ਹੁੰਦੀ ਹੈ। ਔਰ ਅੱਜ ਦੇ ਜਾਗਰੂਕ ਤੇ ਪੜ੍ਹੇ ਲਿਖੇ ਕਿਸਾਨ ਨੇ ਆਪਣੀ ਇਮਾਨਦਾਰੀ ਦਾ ਸਬੂਤ ਦਿੱਤਾ। ਇਸ ਸੰਘਰਸ਼ ਨੂੰ ਇੱਥੋਂ ਤੱਕ ਸ਼ਾਂਤਮਈ ਤਰੀਕੇ ਦੇ ਨਾਲ ਲੈ ਕੇ ਆਇਆ। ਇਹ ਵੀ ਕਿਸਾਨਾਂ ਦੇ ਪੱਖ ਦੇ ਵਿੱਚ ਮੈਂ ਸਮਝਦਾ ਇੱਕ ਵੱਡੀ ਜਿੱਤ ਆ ਜਿਹੜਾ ਸਰਕਾਰ ਦੇ ਕਾਨੂੰਨਾਂ ਦੇ ਉੱਤੇ ਇਹ ਰੋਕ ਲੱਗੀ। ਸਾਡੇ ਨਾਲ ਇੱਥੇ ਕੁਝ ਕਿਸਾਨ ਵੀ ਹੈਗੇ ਨੇ। ਹਾਂਜੀ ਭਾਜੀ, ਅੱਜ ਤੁਸੀਂ ਜਿਹੜਾ ਸੁਪਰੀਮ ਕੋਰਟ ਵੱਲੋਂ ਇੱਕ ਫੈਸਲਾ ਲਿਆ ਗਿਆ ਕਿ ਜਿਹੜੇ 3 ਜਿਹੜੇ ਆਰਡੀਨੈਂਸ ਹੈਗੇ ਉਹਨਾਂ 'ਤੇ ਰੋਕ ਲਾ ਦਿੱਤੀ ਗਈ ਆ, ਤੁਸੀਂ ਇਹ ਫੈਸਲੇ ਨੂੰ ਕਿਸ ਤਰੀਕੇ ਨਾਲ ਸਮਝਦੇ ਹੋ? ਪਹਿਲਾਂ ਤੇ ਜਿਹੜੇ ਕਿਸਾਨ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਕਿਸਾਨ ਨੇ ਉਹਨਾਂ ਨੂੰ ਸ਼ਰਧਾਂਜਲੀ ਆ। ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਉਹਨਾਂ ਦੇ ਸ਼ਹੀਦੀਆਂ ਦਾ ਮੁੱਲ ਆ। ਮਾਨਯੋਗ ਸੁਪਰੀਮ ਕੋਰਟ ਦਾ ਵੀ ਜਿਹੜਾ ਉਹ ਸਨਮਾਨ ਆ, ਸਰਵਉੱਚ ਅਦਾਲਤ ਆ ਸਾਡੀ। ਜਿਹੜਾ ਇਸ ਵੇਲੇ ਫੈਸਲਾ ਆਇਆ ਆ ਮਾਨਯੋਗ ਸੁਪਰੀਮ ਕੋਰਟ ਜੀ ਦਾ
ਉਸ ਅਨੁਸਾਰ ਕਿਸਾਨਾਂ ਦਾ ਇਹਦੇ ਵਿੱਚ ਇੰਨਾ ਜ਼ਿਆਦਾ ਫਾਇਦਾ ਨਹੀਂਗਾ ਜਿੰਨਾ ਇਸ ਵੇਲੇ ਜਿਹੜੀ ਗਲੇ ਦੀ ਹੱਡੀ ਬਣੀ ਸੀ ਆਪਣੀ ਸਰਕਾਰ ਦੀ ਗਲੀ ਦੀ ਹੱਡੀ ਦਾ ਬਣੀ ਸੀ ਸਾਰਾ ਕੁਝ, ਉਹਦੇ ਵਿੱਚ ਜਿਹੜੀ ਰੋਕ ਲਾ ਕੇ ਉਹਦੇ ਨਾਲ ਉਹਨੂੰ ਸੁੱਖ ਦਾ ਥੋੜ੍ਹਾ ਚਿਰ ਸਾਹ ਆਊਗਾ। ਦੂਸਰੀ ਗੱਲ ਇਹ ਆ ਕਿ ਜਿਹੜੀ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਉਹਦੇ ਨਾਲ ਇਹ ਮਹਿਸੂਸ ਹੋਇਆ ਆ ਵੀ ਜਿਹੜੇ ਸਰਕਾਰ ਦੇ ਨੁਮਾਇੰਦਿਆਂ ਨੇ ਜਾਂ ਉਹਦੀ ਅਫਸਰਸ਼ਾਹੀ ਨੇ ਰਲ ਕੇ ਕਾਨੂੰਨ ਬਣਾਇਆ ਸੀ ਉਹ ਬਿਲਕੁਲ ਗਲਤ ਸੀ। ਇਹ ਗੱਲ ਸਾਬਤ ਹੋ ਗਈ ਆ। ਹੁਣ ਤੇ ਮਾਨਯੋਗ ਜਿਹੜੇ ਸਾਡੀਆਂ ਜਥੇਬੰਦੀਆਂ ਦੇ ਉੱਥੇ ਲੀਡਰ ਬੈਠੇ ਨੇ ਜਿਹੜੇ ਸ਼ਾਂਤਮਈ ਢੰਗ ਨਾਲ ਅੱਗੇ ਨੂੰ ਵਧਾ ਰਹੇ ਨੇ ਇਹਨੂੰ ਮੋਰਚੇ ਨੂੰ, ਉਹ ਇਹ ਸੋਚਣਗੇ, ਉਹ ਇਹ ਵਿਚਾਰਨਗੇ ਆਪਣੀ ਮੀਟਿੰਗ ਦੇ ਵਿੱਚ ਕਿ ਅੱਗੇ ਅਸੀਂ ਫੈਸਲਾ ਕੀ ਲੈਣਾ ਆ। ਪਰ ਇਸ ਵੇਲੇ ਤੱਕ ਤੇ ਇਹ ਮਹਿਸੂਸ ਹੁੰਦਾ ਆ ਕਿ ਇਹਨੂੰ ਖਿਲਾਰਨ ਵਾਸਤੇ, ਇਸ ਮੋਰਚੇ ਨੂੰ ਖਿਲਾਰਨ ਵਾਸਤੇ ਇਹ ਸਾਰਾ ਕੁਝ ਹੋਇਆ ਆ। ਧੰਨਵਾਦ। ਇੱਥੇ ਸਾਡੇ ਨਾਲ ਕੁਝ ਜਥੇਬੰਦੀਆਂ ਦੇ ਅਹੁਦੇਦਾਰ ਵੀ ਹੈਗੇ ਨੇ, ਜਿਵੇਂ ਕਿ ਕਾਬਲ ਸਿੰਘ ਸ਼ਾਹਪੁਰ ਨੇ, ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਭਾਜੀ, ਅੱਜ ਜਿਹੜਾ ਸੁਪਰੀਮ ਕੋਰਟ ਵੱਲੋਂ ਇੱਕ ਫੈਸਲਾ ਲਿਆ ਗਿਆ ਜਿਹਦੇ ਵਿੱਚ ਕਿ ਜਿਹੜੇ ਆਰਡੀਨੈਂਸਾਂ ਨੂੰ ਜਿਹੜਾ ਵਾ ਕੁਝ ਸਮੇਂ ਲਈ ਰੋਕ ਲਾ ਦਿੱਤੀ ਗਈ ਆ, ਉਸ ਸਮੇਂ ਲਈ ਕਿੱਦਾਂ ਦਾ ਲੈਂਦੇ ਹੋ ਫੈਸਲੇ ਤੁਸੀਂ? ਦੇਖੋ, ਇਹ ਫੈਸਲਾ ਜਿਹੜਾ ਇਹ ਜੋ ਸਾਡੀ ਸੋਚ ਦੇ ਮੁਤਾਬਕ ਇਹ ਫੈਸਲਾ ਕਿਸਾਨ ਦੇ ਹਿੱਤ ਵਿੱਚ ਤੇ ਨਹੀਂ ਜਾਊਗਾ। ਕਿਸਾਨ ਦੇ ਤਾਂ ਜਿਹੜਾ ਇਹ ਅੰਦੋਲਨ ਹੈ ਨਾ, ਜਿਹੜਾ ਐਡਾ ਵੱਡਾ ਜਿਹੜਾ ਅੰਦੋਲਨ ਹੋਇਆ ਪਿਆ ਭਾਰਤ ਵਿਆਪੀ ਅੰਦੋਲਨ ਜਿਹੜਾ ਇਹਨੂੰ ਕਿਤੇ ਨਾ ਕਿਤੇ ਤਾਰ-ਪੀਟੋ ਕਰੂਗਾ ਇਹ ਜਿਹੜਾ ਫੈਸਲਾ ਆ। ਸੋ ਬਾਕੀ ਇੱਕ ਚੀਜ਼ ਜ਼ਰੂਰ ਹੈ ਵੀ ਜਿਹੜਾ ਸੁਪਰੀਮ ਕੋਰਟ ਨੇ ਇਹ ਗੱਲ ਜਿਹੜੀ ਆ ਉਹ ਸਾਬਤ ਕਰ ਦਿੱਤੀ ਹੈ, ਜਿਹੜੀ ਆਪਣੇ ਲੋਕਾਂ ਦੇ ਵਿੱਚ ਇੱਕ ਆਮ ਚਰਚਾ ਸੀਗੀ ਭਈ ਜਿਹੜੀਆਂ ਕਿਤੇ ਨਾ ਕਿਤੇ ਜਿਹੜੀ ਭਾਰਤ ਦੀ ਜੁਡੀਸ਼ੀਅਲ ਜਿਹੜੀ ਆ ਉਹ ਵੀ ਕਿਤੇ ਨਾ ਕਿਤੇ ਸਰਕਾਰਾਂ ਦੇ ਪ੍ਰੈਸ਼ਰ ਹੇਠ ਕੰਮ ਕਰਦੀ ਆ। ਪਰ ਇਹ ਚੀਜ਼ ਆ ਅੱਜ ਦੇ ਇਸ ਫੈਸਲੇ ਦੇ ਉਹ ਸਰਕਾਰ ਦੇ ਇਸ ਕਾਨੂੰਨਾਂ ਦੇ ਉੱਤੇ ਰੋਕ ਲਾ ਕੇ ਤੇ ਸੁਪਰੀਮ ਕੋਰਟ ਨੇ ਇਹ ਗੱਲ ਸਾਬਤ ਕਰ ਦਿੱਤੀ ਆ ਭਈ ਸਰਕਾਰਾਂ ਜੇ ਸੁਪਰੀਮ ਕੋਰਟ ਹੈ ਜੋ ਜਿਹੜੀ ਆ ਉਹ ਭਾਰਤ ਦੇ ਅੰਡਰ ਪ੍ਰੈਸ਼ਰ ਨਹੀਂ ਗਈ, ਸਰਕਾਰਾਂ ਦੇ ਅੰਡਰ ਪ੍ਰੈਸ਼ਰ ਨਹੀਂ ਗਈ। ਤੇ ਨਾਲ ਹੀ ਉਹਨਾਂ ਨੇ ਇਹ ਵੀ ਕਹਿ ਦਿੱਤਾ ਵਾ, ਇਹ ਗੱਲ ਸਾਬਤ ਹੁੰਦੀ ਆ ਭਈ ਜਿਹੜਾ ਸਰਕਾਰਾਂ ਨੇ ਉਹਨਾਂ ਨੇ ਜਿਹੜੇ ਫੈਸਲੇ ਕੀਤੇ ਉਹ ਫੈਸਲੇ ਗਲਤ ਆ, ਤਾਂ ਹੀ ਜਿਹੜਾ ਉਹਦੇ ਵਿੱਚ ਦਖਲਅੰਦਾਜ਼ੀ ਜਿਹੜੀ ਸੁਪਰੀਮ ਕੋਰਟ ਨੂੰ ਕਰਨੀ ਪਈ। ਕਿਉਂਕਿ ਤੁਸੀਂ ਵੇਖੋ ਵੀ ਜਿਹੜੇ ਇਹ ਫੈਸਲਾ ਕਾਨੂੰਨ ਹੋਇਆ ਤੇ ਇਹਦੇ ਵਿੱਚ ਜਿਹੜੇ ਕਿਸਾਨ ਆ, ਕਿਸਾਨਾਂ ਨੇ ਸੁਪਰੀਮ ਕੋਰਟ ਦਾ ਰੁਖ ਨਹੀਂ ਕੀਤਾ। ਸੁਪਰੀਮ ਕੋਰਟ ਦਾ ਰੁਖ ਵੀ ਸਰਕਾਰ ਨੇ ਕੀਤਾ ਤੇ ਸਰਕਾਰ ਦੇ ਹੀ ਫੈਸਲੇ ਦੇ ਉੱਤੇ ਉਹਨਾਂ ਨੇ ਰੋਕ ਲਾਈ ਸੁਪਰੀਮ ਕੋਰਟ ਨੇ। ਇਸ ਕਰਕੇ ਇਹ ਗੱਲ ਕਿਤੇ ਨਾ ਕਿਤੇ ਸਰਕਾਰ ਦੇ ਮੂੰਹ ਤੇ ਬੜੀ ਵੱਡੀ ਚਪੇੜ ਹੈ ਭਈ ਤੁਸੀਂ ਇਹ ਫੈਸਲੇ ਲੋਕਾਂ ਦੇ ਭਲੇ ਵਾਸਤੇ, ਕਿਸਾਨਾਂ ਦੇ ਭਲੇ ਵਾਸਤੇ ਜਿਹੜੇ ਕਾਨੂੰਨ ਬਣਾਏ ਆ, ਪਰ ਇਹ ਲੋਕਾਂ ਨੂੰ ਮਨਜ਼ੂਰ ਨਹੀਂ, ਕਿਸਾਨਾਂ ਨੂੰ ਮਨਜ਼ੂਰ ਨਹੀਂ ਤੇ ਸੁਪਰੀਮ ਕੋਰਟ ਨੇ ਉਹਦੇ ਉੱਤੇ ਰੋਕ ਲਾਉਣੀ। ਇਹ ਇੱਕ ਜਿਹੜੀ ਆ ਇਹ ਸੁਪਰੀਮ ਕੋਰਟ ਦੇ ਵਾਸਤੇ ਇੱਕ ਬੜੀ ਉਹਦੀ ਸੋਚਣ ਵਾਲੀ ਗੱਲ ਹੈ ਸੁਪਰੀਮ ਕੋਰਟ ਨੂੰ ਭਈ ਉਹਨਾਂ ਨੇ ਕਿਤੇ ਨਾ ਕਿਤੇ ਕਾਨੂੰਨ ਗਲਤ ਬਣਾਏ ਆ ਤੇ ਤਾਂ ਹੀ ਸੁਪਰੀਮ ਕੋਰਟ ਨੂੰ ਵਿੱਚ ਦਖਲਅੰਦਾਜ਼ੀ ਕਰਕੇ ਤੇ ਇਹਦੇ ਉੱਤੇ ਰੋਕ ਲਾਉਣੀ ਪਈ। ਤੇ ਬਾਕੀ ਜਿੱਥੋਂ ਤੱਕ ਕਿਸਾਨਾਂ ਦੇ ਭਲੇ ਦੀ ਗੱਲ ਆ, ਇਸ ਅੰਦੋਲਨ ਦੀ ਗੱਲ ਆ, ਅੰਦੋਲਨ ਕਿਤੇ ਨਾ ਕਿਤੇ ਇਹਨਾਂ ਫੈਸਲਿਆਂ ਦੇ ਨਾਲ ਪ੍ਰਭਾਵਿਤ ਹੋ ਸਕਦਾ, ਤਾਰ-ਪੀੜ ਹੋ ਸਕਦੀ ਆ ਅੰਦੋਲਨ। ਕਿਉਂਕਿ ਇਹ ਜਿਹੜੇ ਹੁਣ ਉਹ ਕਰ ਦਿੱਤਾ ਉਹਨਾਂ ਨੇ, ਰੋਕ ਲਾ ਦਿੱਤੀ ਕਾਨੂੰਨਾਂ ਦੇ ਸੁਪਰੀਮ ਕੋਰਟ ਨੇ, ਔਰ ਇਹਦੇ ਵਿੱਚ ਇੱਕ ਕਮੇਟੀ ਬਣਾ ਦਿੱਤੀ। ਕਮੇਟੀਆਂ ਅੱਗੇ ਵੀ ਭਾਰਤ ਦੇ ਵਿੱਚ ਬੜੀਆਂ ਇਹੋ ਜਿਹੀਆਂ ਘਟਨਾਵਾਂ ਹੋਈਆਂ ਔਰ ਬੜੀਆਂ ਕਮੇਟੀਆਂ ਬਣੀਆਂ ਔਰ ਉਹ ਬੜਾ ਲੰਬਾ ਸਮਾਂ ਉਹਨਾਂ ਦੇ ਜਿਹੜੇ ਫੈਸਲੇ ਨਹੀਂ ਆਉਂਦੇ। ਹੁਣ ਜੇ ਇਹ ਫੈਸਲਾ ਵੀ, ਇਹ ਕਮੇਟੀ ਦਾ ਵੀ ਫੈਸਲਾ ਜਿਹੜਾ 2, 4, 6 ਮਹੀਨੇ ਜਾਂ ਸਾਲ ਨਹੀਂ ਆਉਂਦਾ ਤੇ ਕੀ ਜਿਹੜੇ ਅੰਦੋਲਨਕਾਰੀ ਕਿਸਾਨ ਨੇ ਜਿਹੜੇ ਪੂਰੇ ਭਾਰਤ ਤੋਂ ਆ ਕੇ ਦਿੱਲੀ ਦੇ ਬਾਰਡਰ 'ਤੇ ਬੈਠੇ ਨੇ, ਉਹ ਨਾ ਤੇ ਉਹ ਬਹਿਣ ਜੋਗੇ, ਨਾ ਉੱਥੋਂ ਘਰਾਂ ਨੂੰ ਵਾਪਸ ਜਾਣ ਜੋਗੇ। ਇਸ ਕਰਕੇ ਅੰਦੋਲਨ ਦੇ ਉੱਤੇ ਤੇ ਇਹਦਾ ਅਸਰ ਜਿਹੜਾ ਉਹ ਮਾੜਾ ਹੀ ਪਊਗਾ, ਚੰਗਾ ਅਸਰ ਨਹੀਂ ਪਊਗਾ ਇਹਨਾਂ ਫੈਸਲਿਆਂ ਦਾ। ਸੋ ਇਸ ਕਰਕੇ ਆਪਾਂ ਇਹ ਸਮਝਦੇ ਹਾਂ ਵੀ ਇਹ ਕਾਨੂੰਨ ਜਿਹੜੇ ਆ ਕਿਸਾਨਾਂ ਦੇ ਹੱਥ ਵਿੱਚ ਨਹੀਂ, ਜਿਹੜੀ ਅੱਜ ਰੋਕ ਲੱਗੀ ਹੈ ਸੁਪਰੀਮ ਕੋਰਟ ਨੇ ਰੋਕ ਲਈ ਹੈ, ਕਿਸਾਨਾਂ ਦੇ ਹੱਥ ਵਿੱਚ ਨਹੀਂ। ਪਰ ਜੇ ਲਗਾਤਾਰ ਵੇਖ ਰਹੇ ਕਿ 40 ਦਿਨ ਤੋਂ ਅੱਜ ਜਿਹੜਾ ਵੱਧ ਟਾਈਮ ਹੋ ਗਿਆ ਵਾ ਸੰਘਰਸ਼ ਚੱਲਦਿਆਂ ਨੂੰ, ਉੱਥੇ ਜਿਹੜੇ ਦਿੱਲੀ ਵਿੱਚ ਬੈਠੇ ਨੇ ਕੁਝ ਅੱਜ ਦੇ ਇਸ ਜਿਹੜੇ ਅੰਦੋਲਨ ਦੀ ਭੇਟ ਵੀ ਕੁਝ ਵਾਵਾ ਜਾਨਾਂ ਚੜ੍ਹ ਚੁੱਕੀਆਂ ਨੇ। ਪਰ ਜੇ ਵੇਖਿਆ ਜਾਵੇ ਤਾਂ ਇਸ ਚੀਜ਼ ਨੂੰ ਕਿੰਨਾ ਕੁ ਅਸਰ ਪਊਗਾ ਕਿਸਾਨਾਂ ਦੇ ਅੰਦੋਲਨ 'ਤੇ? ਹੁਣ ਆਉਣ ਵਾਲੇ ਸਮੇਂ ਜਿਹੜਾ ਅੰਦੋਲਨ ਫਿਰ ਕਿਸਾਨਾਂ ਦਾ ਲਗਾਤਾਰ ਚੱਲੂਗਾ ਕਿ ਉਹ ਵਾਪਸੀ ਹੋ ਜਾਊਗੀ? ਵੇਖੋ ਜੀ, ਅੱਜ ਜਿਹੜਾ ਕਿਸਾਨਾਂ ਦਾ ਅੰਦੋਲਨ ਦਿੱਲੀ ਬਾਰਡਰ ਦੇ ਉੱਤੇ ਤਕਰੀਬਨ ਇਹਨੂੰ 49 ਦਿਨ ਹੋ ਗਏ ਆ ਤੇ ਜਿਹੜਾ ਪੰਜਾਬ ਦੇ ਵਿੱਚ ਅੰਦੋਲਨ ਚੱਲਿਆ ਉਹਨੂੰ ਤਕਰੀਬਨ ਪੌਣੇ 4 ਮਹੀਨੇ ਹੋ ਚੱਲੇ ਆ ਇਹ ਅੰਦੋਲਨ ਚੱਲਦਿਆਂ ਨੂੰ। ਔਰ ਜਿਹਨੇ ਉਹਦੇ ਵਿੱਚ ਤਕਰੀਬਨ 70 ਤੋਂ ਵੱਧ ਜਿਹੜੀਆਂ ਕਿਸਾਨ ਸਾਡੇ ਜਿਹੜੇ ਆ ਸ਼ਹੀਦ ਹੋ ਚੁੱਕੇ ਆ। ਔਰ ਇਹਦਾ ਚੀਜ਼ ਦੇ ਉੱਤੇ ਜਿਹੜਾ ਅੱਜ ਦੇ ਜਿਹੜੇ ਇਹ ਕਾਨੂੰਨ ਉਹਨਾਂ ਨੇ ਅੱਜ ਜੇ ਰੋਕ ਲਾਈ ਆ, ਇਹਦੇ ਵਾਸਤੇ ਮੈਂ ਅੱਗੇ ਵੀ ਇਹ ਗੱਲ ਕਰ ਚੁੱਕਾ ਵਾਂ ਵੀ ਕਿਤੇ ਨਾ ਕਿਤੇ ਇਹੋ ਜਿਹੀ ਗੱਲ ਕਿਸਾਨਾਂ ਦੇ ਮਨ 'ਚ ਨਾ ਆਵੇ ਭਈ ਇਹ ਕਾਨੂੰਨ ਜਿਹੜੇ ਆ ਵੀ ਹੁਣ ਕਮੇਟੀ ਬਣਦੀ ਤੇ ਸਾਡਾ ਫੈਸਲਾ ਹੋ ਜਾਣਾ ਆ। ਇਹ ਕਮੇਟੀ ਜਿਹੜੀ ਬਣੀ ਆ, ਇਹ ਕਮੇਟੀ ਦਾ ਕਮੇਟੀ ਕਿਹਨੇ ਬਣਾਈ ਆ? ਕਮੇਟੀ ਵੀ ਸੁਪਰੀਮ ਕੋਰਟ ਨੇ ਬਣਾਈ ਆ। ਔਰ ਜੇ ਮੰਨ ਲਓ ਕਿ ਚੱਲੀਏ ਵੀ ਜਿੰਨਾ ਇੱਕ ਜਿਹੜੇ ਮੈਂਬਰ ਪਾਰਲੀਮੈਂਟ ਬਣਦੇ ਆ ਉਹ ਕਿਸਾਨਾਂ ਨੇ ਔਰ ਅਸੀਂ ਸਾਰਿਆਂ ਨੇ ਵੋਟਾਂ ਪਾ ਕੇ ਬਣਾ ਕੇ ਤੇ ਪਾਰਲੀਮੈਂਟ 'ਚ ਭੇਜੇ ਆ, ਤੇ ਜੋ ਮੈਂਬਰ ਪਾਰਲੀਮੈਂਟ ਸਾਡੀ ਗੱਲ ਨਹੀਂ ਉੱਥੇ ਜਾ ਕਰ ਸਕੇ, ਜਿਹਨਾਂ ਨੂੰ ਅਸੀਂ ਵੋਟਾਂ ਪਾ ਕੇ ਬਣਾ ਕੇ ਭੇਜਿਆ, ਉਹ ਸਾਡੀ ਗੱਲ ਨਹੀਂ ਕਰ ਸਕੇ, ਕਿਸਾਨਾਂ ਦੀ ਗੱਲ ਨਹੀਂ ਕਰ ਸਕੇ, ਉਹਨਾਂ ਨੇ ਕਿਸਾਨਾਂ ਦਾ ਵਿਸ਼ਵਾਸ ਤੋੜਿਆ। ਤੇ ਜਿਹੜੀ ਕਮੇਟੀ ਬਣਾਈ ਹੈ ਇਹਦੇ ਤੇ ਕੋਈ ਕਿਸਾਨਾਂ ਦਾ ਸਾਥ ਥੋੜ੍ਹੀ ਆ, ਇਹ ਉਹ ਕਿਸਾਨਾਂ ਨੇ ਥੋੜ੍ਹੀ ਬਣਾਈ ਆ।
ਇਹਦੇ ਉੱਤੇ ਕਿਸਾਨਾਂ ਦਾ ਕੋਈ ਦਬਾਅ ਨਹੀਂ, ਇਹ ਕਮੇਟੀ ਕੁਝ ਵੀ ਫੈਸਲਾ ਕਰ ਸਕਦੀ ਹੈ। ਸੋ ਇਸ ਕਰਕੇ ਇਹ ਕਮੇਟੀ ਵੀ ਕਿਤੇ ਨਾ ਕਿਤੇ ਹੋ ਸਕਦਾ ਸਰਕਾਰਾਂ ਦੇ ਦਬਾਅ ਵਿੱਚ ਆ ਕੇ ਤੇ ਕਿਸਾਨਾਂ ਦੇ ਵਿਰੁੱਧ ਕੋਈ ਫੈਸਲਾ ਦੇ ਦੇਵੇ। ਸੋ ਇਸ ਕਰਕੇ ਅਸੀਂ ਇਹ ਚੀਜ਼ ਨੂੰ ਨਹੀਂ, ਆਪਾਂ ਤਾਂ ਇੱਕ ਚੀਜ਼ ਜਾਣਦੇ ਹਾਂ, ਕਿਸਾਨ ਜਿਹੜੀ ਮੰਗ ਹੈ ਕਿਸਾਨਾਂ ਦੀ ਵੀ ਸਾਨੂੰ ਇਹ ਕਾਨੂੰਨ ਨਹੀਂ ਚਾਹੀਦੇ, ਇਹ ਕਾਨੂੰਨ ਰੱਦ ਹੋਣੇ ਚਾਹੀਦੇ ਆ, ਇੱਕੋ ਹੀ ਮੰਗ ਆ, ਇਹ ਕਾਨੂੰਨ ਰੱਦ ਹੋਣੇ ਚਾਹੀਦੇ ਆ। ਜਦੋਂ ਜਿਹੜੀ ਚੀਜ਼ ਵਾਸਤੇ ਯਾਰ ਸਾਡੀ ਸਮਝ ਤੋਂ ਗੱਲ ਬਾਹਰ ਹੈ ਵੀ ਇੱਕ ਚੀਜ਼ ਕੋਈ ਬੰਦਾ ਮੰਗਦਾ ਹੀ ਨਹੀਂ, ਉਹ ਪਤਾ ਕਿ ਮੈਨੂੰ ਇਹ ਚੀਜ਼ ਚਾਹੀਦੀ ਨਹੀਂ, ਸਰਕਾਰਾਂ ਆਪਾਂ ਜ਼ਬਰਦਸਤੀ ਉਹ ਚੀਜ਼ਾਂ ਕਿਉਂ ਉਹਨਾਂ ਨੂੰ ਦੇ ਰਹੇ ਹਾਂ। ਔਰ ਜੇ ਉਹਨਾਂ ਦੇ ਜਿਹੜੇ ਸਾਡੇ ਅੱਜ ਦੇ ਕਿਸਾਨ ਆ, ਸਾਡੇ ਪੜ੍ਹੇ ਲਿਖੇ ਕਿਸਾਨਾਂ ਨੇ ਅੱਜ ਆਪਦੀ ਲਿਆਕਤ ਦਾ ਸਬੂਤ ਦਿੱਤਾ ਔਰ ਉਹਨਾਂ ਨੂੰ ਦੱਸ ਦਿੱਤਾ ਜਿਹੜੀਆਂ ਕਿੰਨੀਆਂ ਵਾਰ 9 ਮੀਟਿੰਗਾਂ ਹੋ ਚੁੱਕੀਆਂ ਸਰਕਾਰ ਦੇ ਨਾਲ, ਉਹਨਾਂ ਮੀਟਿੰਗਾਂ ਦੇ ਵਿੱਚ ਦੱਸ ਦਿੱਤਾ ਵੀ ਇਹਨਾਂ ਕਾਨੂੰਨਾਂ ਦੇ ਕੀ ਕੀ ਨੁਕਸਾਨ ਆ, ਆਉਣ ਵਾਲੇ ਸਮੇਂ 'ਚ ਕੀ ਕੀ ਨੁਕਸਾਨ ਹੋਣਗੇ। ਇਹ ਸਾਰਾ ਕੁਝ ਸਰਕਾਰਾਂ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਸਾਡੇ ਕਿਸਾਨਾਂ ਨੇ, ਕਿਉਂਕਿ ਅੱਜ ਕਿਸਾਨ ਜਿਹੜਾ ਉਹ ਅਨਪੜ੍ਹ ਕਿਸਾਨ ਨਹੀਂ, ਅੱਜ ਕਿਸਾਨ ਜਿਹੜਾ ਉਹ ਪੜ੍ਹਿਆ ਲਿਖਿਆ ਕਿਸਾਨ ਹੈ, PhDਆਂ ਕੀਤੀਆਂ ਨੇ ਕਿਸਾਨਾਂ ਨੇ ਔਰ ਸਾਰਾ ਬੜੀ ਡਿਟੇਲ ਦੇ ਵਿੱਚ ਜਿਹੜੇ ਕਾਨੂੰਨਾਂ ਦੇ ਜਿਹੜੀ ਆ ਉਹ ਜਿਹੜੀ ਨੁਕਸਾਨ ਆ ਉਹ ਸਰਕਾਰਾਂ ਨੂੰ ਸਮਝਾਤਾ। ਪਰ ਸਰਕਾਰਾਂ ਆਪਣੀ ਜਿਹੜੀ ਉਹ ਇੱਕ ਹੈਂਕੜਬਾਜੀ ਉਹ ਕਹਿ ਲਈਏ ਵੀ ਇੱਕ ਟਸ ਤੋਂ ਮਸ ਨਹੀਂ ਹੋਣਾ ਚਾਹੁੰਦੀਆਂ। ਅੱਜ ਦੇ ਸੁਪਰੀਮ ਕੋਰਟ ਦੇ ਫੈਸਲੇ ਨੇ ਤੇ ਸਰਕਾਰ ਨੂੰ ਇਹ ਸੰਕੇਤ ਦਿੱਤੇ ਆ ਵੀ ਇਹ ਤੁਹਾਡੇ ਕਾਨੂੰਨ ਗਲਤ ਹੈ, ਤਾਂ ਹੀ ਅਸੀਂ ਰੋਕ ਲਾ ਰਹੇ ਹਾਂ। ਸੋ ਇਸ ਕਰਕੇ ਸਰਕਾਰਾਂ ਨੂੰ ਕਿਤੇ ਨਾ ਕਿਤੇ ਚਾਹੀਦਾ ਵੀ ਛੇਤੀ ਤੋਂ ਛੇਤੀ ਜਿਹੜਾ ਇਹ ਫੈਸਲੇ ਜਿਹੜੇ ਕਾਨੂੰਨ ਰੱਦ ਕਰਕੇ ਤੇ ਕਿਸਾਨਾਂ ਨੂੰ ਘਰੋਂ ਘਰੀ ਪਹੁੰਚਾਓ। ਕਿਸਾਨ ਵੀ ਅਸੀਂ ਜਿਹੜੇ ਕਿਸਾਨ ਉਸ ਦਿੱਲੀ ਬਾਰਡਰ ਦੇ ਬੈਠੇ, ਇਹਨਾਂ ਨੇ ਵੋਟਾਂ ਪਾ ਕੇ ਬਣਾਇਆ, ਇਹਨਾਂ ਨੇ ਵੋਟਾਂ ਪਾ ਕੇ ਮੋਦੀ ਨੂੰ ਬਣਾਇਆ, ਇੱਥੇ ਸੀਟ ਦੇ ਉੱਤੇ ਪਾਇਆ ਵਾ, ਤੇ ਇਹ ਉਹਨਾਂ ਦਾ ਹੀ ਜਿਹੜਾ ਵਿਸ਼ਵਾਸਘਾਤ ਜਿਹੜਾ ਉਹਨਾਂ ਕਿਸਾਨਾਂ ਨਾਲ ਕੀਤਾ ਜਾ ਰਿਹਾ। ਸੋ ਇਸ ਕਰਕੇ ਜਿਹੜੇ ਫੈਸਲੇ ਅੱਜ ਦਾ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਇਹ ਸਰਕਾਰ ਦੇ ਖਿਲਾਫ ਗਿਆ, ਲੇਕਿਨ ਕਿਸਾਨਾਂ ਦੇ ਹੱਕ ਵਿੱਚ ਨਹੀਂ। ਤੁਸੀਂ ਵੇਖ ਰਹੇ ਹੋ ਕਿ ਜਿੱਥੇ ਕਿਸਾਨਾਂ ਦਾ ਰੋਸ ਅੱਜ ਵੀ ਉੱਦਾਂ ਹੀ ਚੱਲ ਰਿਹਾ, ਕਿਉਂਕਿ ਕਿਸਾਨ ਇਸ ਚੀਜ਼ ਤੋਂ ਖੁਸ਼ ਨਹੀਂ ਹੈਗੇ। ਸਾਡੇ ਨਾਲ ਇੱਥੇ ਆੜਤੀ ਐਸੋਸੀਏਸ਼ਨ ਦੇ ਹੈਗੇ ਨੇ ਮਨਜੀਤ ਸਿੰਘ ਜੀ ਬਾਠ ਜੀ, ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਭਾਈ ਸਾਹਿਬ ਜੀ, ਅੱਜ ਜਿਹੜੇ ਕਾਨੂੰਨ ਵੱਲੋਂ ਜਿਹੜਾ ਅੱਜ ਸੁਪਰੀਮ ਕੋਰਟ ਵੱਲੋਂ ਇੱਕ ਜਿਹੜੀ ਆ 3 ਕਾਨੂੰਨਾਂ ਦੇ ਉੱਤੇ ਜਿਹੜੀ ਆ ਰੋਕ ਲਾ ਦਿੱਤੀ ਗਈ ਆ ਕੁਝ ਸਮੇਂ ਵਾਸਤੇ, ਤੁਸੀਂ ਕੀ ਸਮਝਦੇ ਹੋ ਕਿੱਦਾਂ ਦਾ ਫੈਸਲਾ ਹੈ ਔਰ ਨਾਲ ਜਿਹੜੀ ਆ 4 ਮੈਂਬਰੀ ਜਿਹੜੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ? ਦੇਖੋ, ਅੱਜ ਮਾਨਯੋਗ ਸੁਪਰੀਮ ਕੋਰਟ ਨੇ ਜਿਹੜੀ ਥੋੜ੍ਹੀ ਜਿਹੀ ਰਾਹ ਦਿੱਤੀ ਆ, ਬਹੁਤੀ ਨਹੀਂ ਕਹਿ ਸਕਦੇ, ਧੰਨਵਾਦ ਕਰਦੇ ਆ। ਪਰ ਜਿੰਨਾ ਚਿਰ ਸੈਂਟਰ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਉਹਨਾਂ ਚਿਰ ਇਸ ਮਸਲੇ ਦਾ ਕੋਈ ਹੱਲ ਨਹੀਂ। ਉਹ ਸਾਡੇ ਜਿਹੜੇ ਕਿਸਾਨ ਆਗੂ ਆ ਉਹ 8-9 ਮੀਟਿੰਗਾਂ 'ਚ ਇਹਨਾਂ ਨੂੰ ਬਾਰ-ਬਾਰ ਉਹ ਗੱਲ ਕਹਿ ਚੁੱਕੇ ਨੇ। ਉਹ ਤੇ ਸਰਕਾਰ ਢੀਠਾਂ ਦੀ ਤਰ੍ਹਾਂ ਉਹ ਇਸ ਮਸਲੇ ਨੂੰ ਲਮਕਾਈ ਜਾ ਰਹੀ ਆ, ਪਰ ਜਿੰਨਾ ਲੰਮਾ ਲਮਕਾਏਗੀ ਅੰਦੋਲਨ ਓਨਾ ਹੀ ਵੱਡਾ ਔਰ ਤੇਜ਼ ਹੋਏਗਾ ਔਰ ਓਨਾ ਹੀ ਸਰਕਾਰ ਦਾ ਜਿਹੜਾ ਜ਼ਿਆਦਾ ਨੁਕਸਾਨ ਹੋਏਗਾ। ਪਰ ਤੁਸੀਂ ਕੀ ਵੇਖਦੇ ਹੋ ਕਿ ਜਿੱਦਾਂ ਅੰਦੋਲਨ ਚੱਲਦੇ ਨੂੰ ਅੱਜ ਜਿੱਦਾਂ ਦੱਸਿਆ ਕਿ 40 ਤੋਂ ਪਲੱਸ ਦਿਨ ਹੋ ਗਏ ਨੇ, 59 ਦਿਨ 'ਚ ਐਂਟਰ ਕਰ ਗਿਆ ਵਾ, ਪਰ ਅੰਦੋਲਨ ਜਿਹੜਾ ਸੀ ਅੱਜ ਵੀ ਇੱਕ ਬੜਾ ਵਧੀਆ ਸ਼ਾਂਤ ਤਰੀਕੇ ਨਾਲ ਚੱਲ ਰਿਹਾ ਸੀ। ਪਰ ਅੱਜ ਹੁਣ ਆਉਣ ਵਾਲੇ ਸਮੇਂ ਜਿਹੜਾ ਕਾਨੂੰਨ ਆ ਉਹ ਅਦਾਲਤ ਦਾ ਫੈਸਲਾ ਤੇ ਲੰਮੇ ਸਮੇਂ ਲਈ ਪੈਂਡਿੰਗ ਹੋ ਜਾਏਗਾ, ਇਸ ਕਾਨੂੰਨ ਨੂੰ ਰਾਖਵੇਂ ਰੱਖਿਆ ਲਈ ਮੀਟਿੰਗ ਚੱਲੇਗੀ, ਉਸ ਲਈ ਫਿਰ ਜਿਹੜਾ ਧਰਨੇ ਪ੍ਰਦਰਸ਼ਨ ਉਹ ਕਿੱਦਾਂ ਚੱਲਣਗੇ? ਦੇਖੋ, ਜਿਹੜੇ ਮੋਰਚੇ ਦੇ ਸਾਡੇ ਆਗੂ ਆ 40 ਆਗੂ ਜਿਹੜੇ ਉੱਥੇ ਬੈਠੇ ਆ ਉਹ ਬੜੇ ਸੁਲਝੇ ਨੇ। ਉਹਨਾਂ ਨੂੰ ਪਤਾ ਆ, ਉਹਨਾਂ ਤਾਂ ਵੈਸੇ ਪਹਿਲਾਂ ਹੀ ਤਜਰਬਾ ਕਰ ਲਿਆ ਸੀ ਕਿ ਇਹੋ ਜਿਹਾ ਫੈਸਲਾ ਸੁਪਰੀਮ ਕੋਰਟ ਦਾ ਆਵੇਗਾ, ਪਰ ਉਹ ਜਿਹੜਾ ਫੈਸਲਾ ਦੇਣਗੇ ਲੋਕਾਂ ਨੂੰ ਉਹ ਮਨਜ਼ੂਰ ਹੋਏਗਾ। ਪਰ ਮੈਨੂੰ ਆਸ ਆ ਕਿ ਮੋਰਚਾ ਨਿਰੰਤਰ ਚੱਲਦਾ ਰਹੇਗਾ, 26 ਵਾਲਾ ਪ੍ਰੋਗਰਾਮ ਵੀ ਨਿਰੰਤਰ ਜ਼ਰੂਰ ਹੋਏਗਾ। ਤੁਸੀਂ ਵੇਖ ਰਹੇ ਹੋ ਕਿ ਜਿੱਥੇ ਜਿੱਥੇ ਗੱਲ ਕਰੀਏ ਕਿਸਾਨਾਂ ਦੀ, ਉੱਥੇ ਉਹਨਾਂ ਦਾ ਕਹਿਣਾ ਹੈ ਕਿ 26 ਤਰੀਕ ਨੂੰ ਜਿਹੜਾ ਮਿਸ਼ਨ ਦਿੱਤਾ ਗਿਆ ਵਾ ਉਹ ਵੀ ਉਸੇ ਤਰ੍ਹਾਂ ਹੀ ਲਾਗੂ ਹੋਏਗਾ। ਨਾਲ ਸਾਡੇ ਇੱਥੇ ਕੋਈ ਕਿਸਾਨ ਯੂਨੀਅਨਾਂ ਦੇ ਆਗੂ ਵੀ ਹੈਗੇ ਨੇ, ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਭਾਜੀ, ਅੱਜ ਜਿਹੜਾ ਵਾ ਸੁਪਰੀਮ ਕੋਰਟ ਵੱਲੋਂ ਇੱਕ ਜਿਹੜਾ ਅੱਜ 3 ਕਾਨੂੰਨਾਂ ਦੇ ਉੱਤੇ ਰੋਕ ਲਾ ਦਿੱਤੀ ਗਈ ਆ, ਪਰ ਜਿੱਥੇ ਵੇਖਿਆ ਜਾ ਰਿਹਾ ਕਿ ਕਿਸਾਨ ਕੁਛ ਖੁਸ਼ ਨਹੀਂ ਨਜ਼ਰ ਆ ਰਹੇ, ਕਿਉਂਕਿ ਇਸ ਚੀਜ਼ ਦੀ ਲੋਕੀ ਜਿੱਦਾਂ ਪਹਿਲਾਂ ਵੀ ਕਹਿ ਰਹੇ ਨੇ ਭਾਈ ਸਾਹਿਬ ਕਿ ਕਿਸਾਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਇਹੀ ਫੈਸਲਾ ਆਉਣਾ। ਤੁਸੀਂ ਕਿਸ ਤਰੀਕੇ ਨਾਲ ਸਮਝਦੇ ਹੋ? ਮੈਂ ਵੀ ਸਮਝਦਾ ਇਹ ਗੱਲ ਨੂੰ ਵੀ ਇਹ ਗਲਤ ਹੈ। ਜੋ ਸੁਪਰੀਮ ਕੋਰਟ, ਜੋ ਮਾਨਯੋਗ ਸੁਪਰੀਮ ਕੋਰਟ ਹੈ, ਉਹਨਾਂ ਨੂੰ ਅੱਜ 50 ਦਿਨ ਹੋ ਗਏ ਨੇ ਗੱਲਾਂ ਸੁਣਦਿਆਂ ਨੂੰ। ਉਹਨਾਂ ਨੂੰ ਆਪਣਾ ਫੈਸਲਾ ਪਹਿਲਾਂ ਹੀ ਰੈਡੀ ਰੱਖਣਾ ਚਾਹੀਦਾ ਸੀ। ਸਰਕਾਰ ਵੇਖੋ, ਹਰਿਆਣੇ ਦੇ ਵਿੱਚ ਖੱਟਰ ਸਰਕਾਰ ਨੇ ਉਹਨੇ ਕੀ ਕੀਤਾ, ਅੱਗੇ ਲੰਘਣ ਨਹੀਂ ਦਿੱਤਾ, ਸੜਕਾਂ ਪੁੱਟਦੀਆਂ, ਜੋ ਸਰਕਾਰੀ ਜਾਇਦਾਦ ਸੀ ਉਹਨਾਂ ਨੂੰ ਪੁੱਟਤੀ, ਤੇ ਉਹ ਕਹਿੰਦੇ ਸੀ ਮੇਰਾ ਇੱਕ ਵੀ ਕਿਸਾਨ ਇਹਨਾਂ ਦੇ ਨਾਲ ਨਹੀਂ ਗਾ। ਅੱਜ ਵੇ ਕੱਲ ਜਿਹੜਾ ਖੱਟਰ ਨੂੰ ਥੱਲੇ ਧਰਤੀ ਦੇ ਉਤਰਨ ਹੀ ਨਹੀਂ ਦਿੱਤਾ। ਇਹਦਾ ਮਤਲਬ ਬਿਲਕੁਲ ਸਾਫ਼ ਹੈ ਵੀ ਕਿਸਾਨ ਤੇ ਦੂਜੇ ਦੁਖੀ ਆ ਸਾਰੇ। ਤੋਂ ਇਸ ਕਰਕੇ ਆਪਣੇ ਇੱਕ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਦੇ ਏਰੀਆ ਦੇ ਵਿੱਚ ਹੀ ਨਹੀਂ ਉਤਰਨ ਦਿੱਤਾ, ਤੇ ਇਹਦਾ ਮਤਲਬ ਇਹ ਬਿਲਕੁਲ ਹੀ ਸਾਰੇ ਦੁਖੀ ਨੇ। ਤੇ ਇਹਦਾ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਜਲਦੀ ਫੈਸਲਾ ਕਰ ਦੇਣਾ ਚਾਹੀਦਾ। ਔਰ ਉਹਨਾਂ ਇਹ ਵੀ ਪਤਾ ਵੀ ਵੇਖੋ ਇਹ 70 ਤੋਂ ਵੱਧ ਕਿਸਾਨ ਜਿਹੜੀਆਂ ਆਪਣੇ ਉੱਥੇ ਜਾਨਾਂ ਦੇ ਚੁੱਕੇ ਨੇ, ਸ਼ਹੀਦ ਹੋ ਚੁੱਕੇ ਨੇ, ਤੇ ਸੁਪਰੀਮ ਕੋਰਟ ਨੂੰ ਇਹਦਾ ਜਲਦੀ ਤੋਂ ਜਲਦੀ ਫੈਸਲਾ ਲੈ ਜਾਣਾ ਜੋ ਕਿ ਇਹ ਤੋਂ ਵੱਧ ਕਿਸਾਨ ਜਿਹੜੇ ਉਹ ਆਪਣੀ ਜਾਨਾਂ ਨਾ ਗਵਾਉਣ। ਤੇ ਮੈਂ ਤਾਂ ਚਾਹੁੰਦਾ ਵੀ ਛੇਤੀ ਤੋਂ ਛੇਤੀ ਫੈਸਲਾ ਲਿਆ ਜਾਵੇ ਤੇ ਉਹ ਜਲਦੀ ਜਿਹੜਾ ਕਿਸਾਨਾਂ ਦੇ ਹੱਕ 'ਚ, ਵੇਖੋ ਰਾਜੇ ਨੂੰ ਦੇ ਚਾਹੀਦਾ ਵੀ ਮੇਰੀ ਪ੍ਰਜਾ ਖੁਸ਼ ਰਹੇ, ਤੇ ਜੇ ਪ੍ਰਜਾ ਹੀ ਦੁਖੀ ਹੈ ਤੇ ਉਹ ਇਹ ਕਿਉਂ ਕਰ ਰਹੇ ਨੇ? ਇਹ ਜਲਦੀ ਤੋਂ ਜਲਦੀ ਫੈਸਲਾ ਹੋਣਾ ਚਾਹੀਦਾ ਔਰ ਕਿਸਾਨ ਜੋ ਕਿਸਾਨ ਚਾਹੁੰਦੇ ਉਹ ਹੀ ਹੋਣਾ ਚਾਹੀਦਾ।
ਇਹ ਸਾਡੇ ਨਾਲ ਇੱਥੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨਾਲੇ ਤੋਂ ਹੈਗੇ ਨੇ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਭਾਈ ਸਾਹਿਬ ਜੀ, ਤੁਸੀਂ ਸੁਲਝੇ ਹੋਏ ਹੋ, ਤੁਸੀਂ ਵੇਖ ਰਹੇ ਹੋ ਕਿ ਤੁਸੀਂ ਲਗਾਤਾਰ ਜਿਹੜੀਆਂ ਤੁਹਾਡੇ ਕੋਲ ਕੇਸ ਆਉਂਦੇ ਰਹਿੰਦੇ ਨੇ ਇਦਾਂ ਦੇ, ਪਰ ਅੱਜ ਜਿਹੜੇ ਆ ਸੁਪਰੀਮ ਕੋਰਟ ਵੱਲੋਂ ਇੱਕ ਮਾਨਯੋਗ ਸੁਪਰੀਮ ਕੋਰਟ ਵੱਲੋਂ ਇੱਕ ਜਿਹੜੀ ਅੱਜ ਬ੍ਰੇਕ ਲਾ ਦਿੱਤੀ ਗਈ ਆ ਤਿੰਨਾਂ ਕਾਨੂੰਨਾਂ ਉੱਤੇ, ਤੁਸੀਂ ਕਿਸ ਤਰੀਕੇ ਦਾ ਫੈਸਲਾ ਸਮਝਦੇ ਹੋ ਔਰ ਤੁਹਾਨੂੰ ਕਿੱਦਾਂ ਦਾ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਕਿਸਾਨਾਂ ਦਾ ਕਿੱਦਾਂ ਹੱਲ ਹੋ ਸਕਦਾ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮਾਨਯੋਗ ਸੁਪਰੀਮ ਕੋਰਟ ਵਧਾਈ ਦੀ ਪਾਤਰ ਹੈ। ਅੱਜ ਉਹਨਾਂ ਦੇ ਇਹ ਫੈਸਲੇ ਨਾਲ ਸਾਰੀ ਦੁਨੀਆ 'ਚ ਇਹ ਸੰਦੇਸ਼ ਗਿਆ ਕਿ ਕਾਨੂੰਨ ਤੋਂ ਉੱਤੇ ਕੋਈ ਨਹੀਂ ਹੈ। ਜੇ ਕਿਸੇ ਨੂੰ ਕੋਈ ਅਗਰੀਵਡ ਜਾਂ ਗਲਤ ਸਰਕਾਰਾਂ ਕਰਦੀਆਂ ਤੇ ਸੁਪਰੀਮ ਕੋਰਟ ਜਿਹੜੀ ਹੈ ਸੁਪਰੀਮ ਹੈ, ਸੁਪਰੀਮ ਕੋਰਟ ਦਾ ਮਤਲਬ ਹੀ ਹੈ ਜੀ ਕਿ ਸੁਪਰੀਮ ਹੈ, ਉਹਦੇ ਕੋਲ ਹਰ ਹੱਕ ਹੈ, ਹਕੂਕ ਨੇ ਕਿ ਉਹ ਕਈ ਵੀ ਗਲਤ ਕਾਨੂੰਨ ਜਾਂ ਕੋਈ ਵੀ ਗਲਤ ਐਕਟ ਜਿਹੜਾ ਉਹਨੂੰ ਸੈਟੀਸਾਈਡ ਕਰ ਸਕਦੀ ਹੈ ਜੀ। ਪਰ ਜੇ ਜਿੱਦਾਂ ਅੱਜ ਇਹਨੂੰ ਰੋਕ ਲਾ ਦਿੱਤੀ ਗਈ ਆ ਸੁਪਰੀਮ ਕੋਰਟ ਵੱਲੋਂ, ਤੇ ਕੀ ਇਸ ਨੂੰ ਰੱਦ ਵੀ ਨਹੀਂ ਕਰ ਸਕਦੇ? ਕਿਉਂਕਿ ਜਿੱਦਾਂ ਅੱਜ ਜੋ ਸਮਝਦੇ ਨੇ ਕਿ ਇਹ ਨਜਾਇਜ਼ ਆ ਤੇ ਇਸ ਨੂੰ ਕੈਂਸਲ ਵੀ ਕਰ ਸਕਦੇ? ਦੇਖੋ ਜੀ, ਸੁਪਰੀਮ ਕੋਰਟ ਕੋ ਹਰ ਤਰ੍ਹਾਂ ਦਾ ਵਾਦ ਹੱਕ ਹੈ, ਉਹਨੂੰ ਕੁਝ ਅਮੈਂਡਮੈਂਟ ਇਹਨੂੰ ਐਕਟ ਨੂੰ ਰੱਦ ਸਭ ਕੁਝ ਕਰ ਸਕਦੇ ਨੇ ਇਸੇ ਲਈ। ਪਰ ਉਹਦੇ ਲਈ ਇੱਕ ਪ੍ਰੋਸੀਜਰ ਉਸੇ ਤਹਿਤ ਉਹਨਾਂ ਨੇ ਸਭ ਤੋਂ ਪਹਿਲਾਂ ਇੱਕ 4 ਮੈਂਬਰੀ ਕਮੇਟੀ ਬਣਾਈ ਆ, ਜਿਹਦੇ ਵਿੱਚ ਕਿਸਾਨ ਯੂਨੀਅਨ ਚੋਂ ਅਰਥ ਸ਼ਾਸਤਰੀ ਤੇ ਹੋਰ ਕਮੇਟੀ ਦੇ ਮੈਂਬਰ 4 ਬਣਾਏ ਗਏ ਨੇ। ਤੇ ਨਾਲ ਹੀ ਇਹ ਸਾਫ਼ ਕਿਹਾ ਗਿਆ ਹੈ ਕਿ ਜਿਹੜਾ ਵੀ ਜੇ ਕਿਸੇ ਨੂੰ ਵੀ ਲੱਗਦਾ ਹੈ ਕਿ ਇਹ ਕਾਨੂੰਨ ਦੇ ਵਿੱਚ ਤਰੁੱਟੀਆਂ ਜਾਂ ਕਿਉਂ ਸੈਟੀਸਾਈਡ ਹੋਣਾ, ਉਹ ਕਮੇਟੀ ਕੋ ਅਪਰੋਚ ਕਰੇ, ਆਪਣਾ ਪੱਖ ਰੱਖੇ, ਫਿਰ ਜਿਹੜੀ ਆ ਰਿਪੋਰਟ ਤਿਆਰ ਕਰੇਗੀ ਉਹ ਕਮੇਟੀ। ਸਾਰੇ ਜਿਹੜੇ ਇਹਦੇ ਪੱਖ ਜਾਣ ਕੇ ਕਾਨੂੰਨ ਲੋਕ ਦੁਨੀਆ ਦੇ ਜਾਂ ਸੰਘਰਸ਼ ਕਮੇਟੀਆਂ ਦੇ ਜੋ ਵੀ ਅਪਰੋਚ ਉਹਨਾਂ ਕੋ ਕਰੇਗਾ, ਉਸ ਤੋਂ ਬਾਅਦ ਜਿਹੜਾ ਉਹ ਮਾਨਯੋਗ ਸੁਪਰੀਮ ਕੋਰਟ ਨੂੰ ਜਿਹੜਾ ਆਪਣਾ ਰਿਪੋਰਟ ਦੇਣਗੇ, ਉਹਦੇ ਆਧਾਰ 'ਤੇ ਜਿਹੜਾ ਫਰਦਰ ਮਾਨਯੋਗ ਕੋਰਟ ਜਿਹੜਾ ਫੈਸਲਾ ਸੁਣਾਏਗੀ। ਜਦੋਂ ਤੱਕ ਕਮੇਟੀ ਦੀ ਰਿਪੋਰਟ ਨਹੀਂ ਹੁੰਦੀ, ਮਾਨਯੋਗ ਕੋਰਟ ਨੇ ਜਿਹੜਾ ਇਹ ਜਿਹੜੇ ਕਾਨੂੰਨ ਨੇ ਜਿਨ੍ਹਾਂ ਦੇ ਵਿਰੋਧ ਵਿੱਚ ਵੇਖਿਆ ਜਾਵੇ ਤੇ ਦਿੱਲੀ ਦੇ ਵਿੱਚ ਇਤਿਹਾਸ ਸਿਰਜਿਆ ਜਾ ਰਿਹਾ, ਇੰਨੀ ਠੰਡ ਦੇ ਵਿੱਚ ਜਿਹੜਾ ਆ ਬੱਚੇ ਬੁੱਢੇ ਜਨਾਨੀਆਂ ਹਰ ਵਰਗ 'ਚੋਂ ਜਿਹੜਾ ਉੱਥੇ ਬਹਿ ਕੇ ਜਿਹੜਾ ਇਹਦਾ ਵਿਰੋਧ ਕਰ ਰਿਹਾ, ਉਦੋਂ ਤੱਕ ਇਹ ਕਾਲੇ ਕਾਨੂੰਨ ਦੇ ਉੱਤੇ ਰੋਕ ਲਾ ਦਿੱਤੀ ਹੈ ਜੀ। ਵੇਖ ਰਹੇ ਹੋ ਕਿ ਲਗਾਤਾਰ ਜਿਹੜਾ ਕਿਸਾਨਾਂ ਦਾ ਰੋਸ ਆ ਉੱਦਾਂ ਚੱਲ ਰਿਹਾ, ਤੇ ਜਿਹੜੇ ਜਥੇਬੰਦੀਆਂ ਵੀ ਆ ਅਹੁਦੇਦਾਰ ਉਹਨਾਂ ਦੱਸਿਆ ਕਿ ਕਾਨੂੰਨ ਦਾ ਤਾਂ ਧੰਨਵਾਦ ਕਰਦੇ ਨੇ, ਪਰ ਜਿਹੜੇ ਕਾਲੇ ਕਾਨੂੰਨ ਨੇ ਦਿੱਤੇ ਗਏ ਨੇ, ਜਿਹੜੇ ਲਾਗੂ ਕੀਤੇ ਗਏ ਸੀ, ਉਹਨਾਂ ਦਾ ਅੱਜ ਵੀ ਵਿਰੋਧ ਕਰਦੇ ਨੇ ਕਿ ਉਹਨਾਂ ਦੀ ਬਿਲਕੁਲ ਤਾਂ ਪੱਕੇ ਤੌਰ ਤੇ ਜਿਹੜੀ ਆ ਉਹਨੂੰ ਮਾਫੀ ਚਾਹੁੰਦੇ ਨੇ ਕਿ ਉਹ ਪੱਕੇ ਤੌਰ ਤੇ ਮਾਫ ਹੋਣੇ ਚਾਹੀਦੇ ਨੇ, ਜਿਹੜੇ ਆ ਕਿਸਾਨਾਂ ਉੱਤੇ ਲਾਗੂ ਨਹੀਂ ਹੋਣੇ ਚਾਹੀਦੇ। ਪਰ ਆਉਣ ਵਾਲੇ ਸਮੇਂ 'ਚ ਵੇਖਣਾ ਪਏਗਾ ਕਿ ਕਿਸਾਨਾਂ ਉੱਤੇ ਜਿਹੜੀ ਆ ਸਰਕਾਰਾਂ ਜਿਹੜੀਆਂ ਨੇ ਉਹ ਕਿੱਦਾਂ ਦੇ ਫੈਸਲੇ ਲੈਂਦੀਆਂ ਨੇ। ਤੇ ਥੋੜ੍ਹੀ ਦੇਰ ਬਾਅਦ ਹੀ ਜਿਹੜੀ ਇੱਕ ਕਿਸਾਨਾਂ ਦੀ ਮੀਟਿੰਗ ਹੋਣ ਜਾ ਰਹੀ ਆ, ਉਹਨਾਂ 40 ਜਿਹੜੇ ਅਹੁਦੇਦਾਰ ਬਿਠਾਏ ਹੋਏ ਆ ਉੱਥੇ ਦਿੱਲੀ ਵਿੱਚ ਬੈਠੇ ਨੇ, ਉਹਨਾਂ ਦੀ ਇੱਕ ਮੀਟਿੰਗ ਹੋਣ ਜਾ ਰਹੀ ਆ। ਉਸ ਮੀਟਿੰਗ ਤੋਂ ਬਾਅਦ 'ਚ ਹੀ ਪਤਾ ਚੱਲੇਗਾ ਕਿ ਕਿਸਾਨਾਂ ਦਾ ਅਗਲਾ ਜਿਹੜੀ ਆ ਰਣਨੀਤੀ ਕੀ ਹੋਏਗੀ, ਅਤੇ ਜਿਹੜੇ ਜਿੱਦਾਂ ਵੀ ਸਿੰਘੂ ਬਾਰਡਰ ਤੇ ਅਤੇ ਟਿਕਰੀ ਬਾਰਡਰ ਜਿੱਥੇ ਵੀ ਉਹਨਾਂ ਦੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਦਿੱਲੀ ਦਾ ਘਿਰਾਓ ਕੀਤਾ ਗਿਆ ਵਾ, ਉਸ ਨੂੰ ਆਉਣ ਵਾਲੇ ਸਮੇਂ ਤੇ ਕਿਸ ਤਰੀਕੇ ਨਾਲ ਚਲਾਉਣਗੇ, ਅਤੇ ਜਿਹੜੀ 26 ਤਰੀਕ ਨੂੰ ਦਿੱਤੀ ਗਈ ਕਾਲ ਨੂੰ ਜਿਹੜਾ ਵਾ ਉਹ ਕਿਸ ਤਰੀਕੇ ਨਾਲ ਲੈਂਦੇ ਨੇ ਅਤੇ ਉਹ ਕਿਸ ਤਰੀਕੇ ਨਾਲ ਚੱਲੇਗੀ। ਇਹ ਸਭ ਕੁਝ ਵੇਖਣ ਲਈ ਤੁਸੀਂ ਜੁੜੇ ਰਹੋ ਪ੍ਰਾਈਮ ਉਹਦੇ ਨਾਲ, ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਹਾਂਗੇ। ਅਜਨਾਲਾ ਤੋਂ ਕੈਮਰਾਮੈਨ ਅਜੇ ਦੇ ਨਾਲ, ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ।